ਵਾਹਿਗੁਰੂ ਸਾਹਿਬ ਜੀਓ। ਆਸਾੜਤ ਪੰਦਾ ਤਿਸ ਲੱਗੈ, ਹਰ ਨਹਾ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੁਈਐ ਭਾਏ ਬਿਗੁਚੀਐ, ਗਲ ਪਾਇਸ ਜਮ ਕੀ ਫਾਸ। ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਖਿਆਸ। ਰੈਣ ਬਿਹਾਣੀ ਪਛੋਤਾਣੀ, ਉਠ ਚੱਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਐ, ਸੋ ਦਰਗਾ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਅਸਾੜ ਦਾ ਮਹੀਨਾ ਚੜ੍ਹਿਆ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਔਰ ਸੁਖੀ ਭਰਿਆ ਬਤੀਤ ਕਰਨ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਇਸ ਮਹੀਨੇ ਵਿੱਚ ਕਮਾਉਣ ਵਾਸਤੇ, ਆਪ ਜੀ ਨੇ ਸਰਵਣ ਕੀਤਾ ਹੈ। ਆਓ ਸੰਖੇਪ ਜਿਹੀ ਵਿਚਾਰ, ਅੱਖਰੀ ਅਰਥ ਇਸ ਪਾਵਨ ਮਹੀਨੇ ਦੇ ਆਪਾਂ ਰਲ ਮਿਲ ਕੇ ਕਰੀਏ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਆਸਾੜ ਤਪੰਦਾ ਤਿਸ ਲੱਗੈ, ਹਰ ਨਹਾ ਨ ਜਿਨਾ ਪਾਸ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਆਸਾੜ ਦਾ ਮਹੀਨਾ ਉਹਨਾਂ ਵਾਸਤੇ ਤਪਦਾ ਹੈ ਜਿਨ੍ਹਾਂ ਮਨੁੱਖਾਂ ਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਹੈ। ਸਤਿਗੁਰੂ ਮਹਾਰਾਜ ਨੇ ਜਦੋਂ ਵੀ ਗੱਲ ਕੀਤੀ, ਉੱਥੇ ਸਤਿਗੁਰੂ ਮਹਾਰਾਜ ਨੇ ਅੰਦਰੂਨੀ ਅਵਸਥਾ ਦੀ ਗੱਲ ਜੋ ਹੈ ਸਤਿਗੁਰੂ ਮਹਾਰਾਜ ਨੇ ਕੀਤੀ ਹੈ। ਜਿੱਥੇ ਇਹ ਮੌਸਮ ਅਸਾੜ ਦਾ ਮਹੀਨਾ ਬੜਾ ਤਪਦਾ ਹੈ, ਉੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਸਤਿਗੁਰੂ ਮਹਾਰਾਜ ਨੇ ਇਸ ਦਾ ਖੁਲਾਸਾ ਕਰਦਿਆਂ ਹੋਇਆਂ ਕਿ ਮਨੁੱਖ ਅਹਿਸਾਸ ਕਰ ਸਕੇ, ਜਿਵੇਂ ਬਾਹਰੀ ਤੌਰ ਤੇ ਬਹੁਤ ਗਰਮੀ ਹੈ, ਸਤਿਗੁਰੂ ਮਹਾਰਾਜ ਕਹਿਣ ਲੱਗੇ ਤੇਰੇ ਅੰਦਰ ਵਿਕਾਰਾਂ ਦੀ ਬਹੁਤ ਤਪਸ਼ ਹੈ ਤੇ ਤੂੰ ਉਹਨਾਂ ਵਿਕਾਰਾਂ ਤੋਂ ਬਚਣਾ ਹੈ, ਉਹਨਾਂ ਦੀ ਤਪਸ਼ ਤੋਂ ਬਚਣਾ ਹੈ। ਕਿਉਂਕਿ ਮਨੁੱਖ ਬਾਹਰੀ ਤੌਰ ਤੇ ਤਪਸ਼ ਤੋਂ ਬਚਣ ਦੇ ਕਈ ਉਪਰਾਲੇ ਕਰ ਲੈਂਦਾ ਹੈ। ਗਰਮੀਆਂ ਦੇ ਵਿੱਚ ਠੰਡੀਆਂ ਥਾਵਾਂ ਦੇ ਉੱਤੇ ਚਲਾ ਜਾਂਦਾ ਹੈ, ਜਾਂ ਫਿਰ ਇਹੋ ਜਿਹੇ ਸਾਧਨ ਆਜ਼ਾਦ ਕਰ ਲੈਂਦਾ ਹੈ ਜਿਸ ਦੇ ਨਾਲ ਇਸ ਨੂੰ ਠੰਡਕ ਮਿਲ ਸਕੇ। ਪਰੰਤੂ ਸਤਿਗੁਰੂ ਮਹਾਰਾਜ ਕਹਿਣ ਲੱਗੇ ਜਿਹੜੀ ਮਨ ਦੀ ਤਪਸ਼ ਹੈ, ਉਸ ਤਪਸ਼ ਤੋਂ ਬਚਣ ਦਾ ਮਨੁੱਖ ਉਪਰਾਲਾ ਨਹੀਂ ਕਰਦਾ ਤੇ ਤਪਦਾ ਰਹਿੰਦਾ ਹੈ। ਜਿਉਂ ਤਪਤ ਹੈ ਬਾਰੋਂ ਬਾਰ, ਤਪ ਤਪ ਖੱਪੇ ਬਹੁਤ ਬੇਕਾਰ। ਜੈ ਤਨ ਬਾਣੀ ਬਿਸਰ ਜਾਏ, ਜਿਉਂ ਪੱਕਾ ਰੋਗੀ ਬਲਾਏ। ਤੇ ਪੱਕਾ ਰੋਗੀ ਦੀ ਤਰ੍ਹਾਂ ਇਹ ਬਿਲਪਦਾ ਰਹਿੰਦਾ ਹੈ, ਜਿਵੇਂ ਕੋੜ ਦਾ ਮਨੁੱਖ ਰੋਗ ਲਾ ਕਰਕੇ ਤੜਫਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿਹੜਾ ਬਾਹਰੀ ਤੌਰ ਤੇ ਤੂੰ ਚੰਦਨ ਦਾ ਲੇਪ ਕਰਕੇ, ਜਾਂ ਫਿਰ ਚੰਦ ਦੀ ਰੋਸ਼ਨੀ ਦੇ ਹੇਠ, ਤੇ ਜਾਂ ਫਿਰ ਸਰਦੀ ਦੇ ਠੰਡ ਦੇ ਸਾਧਨ ਮੁਹੱਈਆ ਕਰਕੇ ਜੇ ਚਾਹੁੰਦਾ ਹੈ ਵੀ ਅੰਦਰੋਂ ਤਪਸ਼ ਮੁੱਕ ਜਾਵੇ, ਤੇ ਅੰਦਰਲੀ ਤਪਸ਼ ਇਸ ਦੇ ਨਾਲ ਨਹੀਂ ਮੁੱਕਣੀ। ਸਤਿਗੁਰੂ ਮਹਾਰਾਜ ਕਹਿਣ ਲੱਗੇ ਅੰਦਰਲੀ ਤਪਸ਼ ਕੇਵਲ ਪਰਮੇਸ਼ਰ ਦੇ ਨਾਮ ਦੇ ਨਾਲ ਅੰਦਰਲੀ ਤਪਸ਼ ਮਨ ਵਿੱਚ ਪਰਮੇਸ਼ਰ ਦੇ ਨਾਮ ਨੂੰ ਵਸਾਉਣ ਦੇ ਨਾਲ ਮਿਟਣੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ। ਸੀਤਲ ਥੀਵੇ ਨਾਨਕਾ, ਜਪੰਦੜੋ ਹਰ ਨਾਮ। ਪਰਮੇਸ਼ਰ ਦੇ ਨਾਮ ਨੂੰ ਜਪਦਿਆਂ ਹੀ ਅੰਦਰ ਜਿਹੜਾ ਹੈ ਉਹ ਸ਼ਾਂਤ ਹੋਣਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿਹੜਾ ਮਨੁੱਖ ਫਿਰ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ, ਉਹਦੇ ਅੰਦਰਲੀ ਤਪਸ਼ ਜਿਹੜੀ ਹੈ, ਭਾਵ ਵਿਕਾਰਾਂ ਦੀ ਤਪਸ਼ ਖਤਮ ਹੋ ਜਾਂਦੀ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਜਗਤ ਨੂੰ ਜੀਵਨ ਦੇਣ ਵਾਲਾ ਪਰਮੇਸ਼ਰ, ਉਹਦੀ ਆਸਰਾ ਛੱਡ ਕਰਕੇ ਜੋ ਮਨੁੱਖ ਮਨੁੱਖਾਂ ਦੀ ਆਸ ਰੱਖਦਾ ਹੈ, ਸਤਿਗੁਰੂ ਮਹਾਰਾਜ ਕਹਿਣ ਲੱਗੇ ਉਹ ਆਪਣਾ ਜੀਵਨ ਅਜਾਈਂ ਗਵਾਰਿਆ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਦੁਨੀਆ ਦੇ ਅੰਦਰ
ਜਿਤਨੇ ਵੀ ਆਸਰੇ ਮਨੁੱਖ ਤੱਕਦਾ ਹੈ ਉਹ ਆਸਰੇ ਸਦੀਵੀ ਆਸਰੇ ਨਹੀਂ ਹੋਇਆ ਕਰਦੇ। ਸਤਿਗੁਰੂ ਮਹਾਰਾਜ ਕਹਿਣ ਲੱਗੇ ਜੇਕਰ ਤੂੰ ਆਸ ਮਾਲਕ ਦੀ ਤੱਕ ਲਵੇਂ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਫਿਰ ਤੇਰੇ ਕਾਰਜ ਰਾਸ ਹੋ ਜਾਵਣਗੇ। ਧਰ ਜੀੜੇ ਇੱਕ ਟੇਕ ਤੂੰ ਲਾਹੇ ਵਡਾਨੀ ਆਸ, ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ। ਤੇਰੇ ਕਾਰਜ ਸਿਰੇ ਚੜ ਜਾਵਣਗੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਦੋਈਐ ਭਾਏ ਵਿਗੁਚੀਐ, ਗਲ ਪਾਇਸ ਜਮ ਕੀ ਫਾਸ। ਦੂਏ ਭਾਏ ਵਿਗੁਚੀਐ, ਪਰਮੇਸ਼ਰ ਨੂੰ ਛੱਡ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੋਰ ਕਿਸੇ ਦੇ ਨਾਲ ਪ੍ਰੀਤ ਬਣਾਇਆ, ਗਲਾਂ ਦੇ ਵਿੱਚ ਜੰਮ ਦੀ ਫਾਹੀ ਪੈ ਜਾਂਦੀ ਹੈ। ਗਲ ਦੇ ਵਿੱਚ ਜੰਮ ਦੀ ਫਾਹੀ ਇਹੋ ਜਿਹੀ ਪੈਂਦੀ ਹੈ ਕਿ ਸਤਿਗੁਰੂ ਮਹਾਰਾਜ ਕਹਿਣ ਲੱਗੇ ਫਿਰ ਛੁੱਟਣਾ ਔਖਾ ਹੋ ਜਾਂਦਾ ਹੈ। ਦਿਨ ਰਾਤ ਮਨੁੱਖ ਤੜਫਦਾ ਹੈ। ਦੂਜੇ ਭਾਏ ਦੁੱਖ ਹੋਏ, ਮਨਮੁਖ ਜਮ ਜੁਹਿਆ ਜਿਉ। ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁੱਖ ਮੁਹਿਆ ਜਿਉ। ਫਿਰ ਦਿਨ ਰਾਤ ਹਾਏ ਹਾਏ ਸਤਿਗੁਰੂ ਮਹਾਰਾਜ ਕਹਿੰਦੇ ਕਰਦਾ ਰਹਿੰਦਾ ਹੈ। ਤੇ ਸਤਿਗੁਰੂ ਮਹਾਰਾਜ ਚੇਤਾਵਨੀ ਦਿੰਦੇ ਨੇ ਜੇਹਾ ਬੀਜੈ ਸੋ ਲੁਣੈ, ਮੱਥੇ ਜੋ ਲਖਿਆਸ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੋ ਜਿਹਾ ਬੀਜੇਗਾ ਤਿਹੋ ਤਿਹਾ ਤੈਨੂੰ ਵੱਢਣਾ ਪਵੇਗਾ। ਤੇਰੇ ਮੱਥੇ ਦੇ ਲੇਖ ਤੇਰੇ ਕੀਤੇ ਹੋਏ ਪੂਰਬਲੇ ਕਰਮਾਂ ਦੇ ਅਨੁਸਾਰ ਲਿਖੇ ਜਾਣੇ ਨੇ ਤੇ ਫਿਰ ਉਸ ਲਿਖੇ ਹੋਏ ਦੇ ਅਨੁਸਾਰ ਤੇਰੇ ਜੀਵਨ ਦੇ ਅੰਦਰ ਦੁੱਖ ਤੇ ਸੁੱਖ ਆਉਣਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚਈ ਦੇ, ਲੰਮੀ ਨਦਰ ਨੇ ਹਾਲੀਐ। ਲੰਬਾ ਸਮਾਂ ਕਿਉਂਕਿ ਆਉਣ ਵਾਲਾ ਸਮਾਂ ਦੇਖ ਕਰਕੇ ਤੂੰ ਉਹੋ ਜਿਹੇ ਕਰਮ ਕਰ ਤਾਂ ਜੋ ਆਉਣ ਵਾਲੇ ਸਮੇਂ ਦੇ ਅੰਦਰ ਤੇਰੇ ਜੀਵਨ ਦੇ ਵਿੱਚੋਂ ਦੁੱਖ ਖਤਮ ਹੋ ਜਾਵਣ ਤੇ ਸੁੱਖਾਂ ਦਾ ਪ੍ਰਕਾਸ਼ ਹੋ ਜਾਵੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਰਹਿਣ ਬਿਹਾਣੀ ਪਛੋਤਾਣੀ, ਉੱਠ ਚੱਲੀ ਗਈ ਨਿਰਾਸ਼। ਜਦੋਂ ਜ਼ਿੰਦਗੀ ਰੂਪੀ ਰਾਤ ਖਤਮ ਹੋ ਗਈ, ਕਿਉਂਕਿ ਸਾਹਿਬ ਕਹਿੰਦੇ ਨੇ ਏਕ ਰਹਿਣ ਕੇ ਪਹੁਣ ਤੁਮ ਆਏ, ਬਹੁ ਜੁਗ ਆਸ ਮੰਦਾਈ। ਇੱਕ ਜ਼ਿੰਦਗੀ ਰੂਪੀ ਰਾਤ ਕੱਟਣ ਵਾਸਤੇ ਆਇਆ ਤੇ ਇੱਕ ਦਿਨ ਇਹ ਖਤਮ ਹੋ ਜਾਣੀ ਹੈ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਫਿਰ ਆਖਰੀ ਸਮਾਂ ਆਏਗਾ ਤੇ ਆਖਰੀ ਸਮੇਂ ਤੈਨੂੰ ਪਛਤਾ ਕੇ ਇਸ ਦੁਨੀਆ ਤੋਂ ਜਾਣਾ ਪਏਗਾ। ਤੈਨੂੰ ਦੁਨੀਆ ਦੇ ਵਿੱਚ ਪਛਤਾਉਣਾ ਨਾ ਪਵੇ, ਇਸ ਕਰਕੇ ਸਾਹਿਬ ਕਹਿਣ ਲੱਗੇ ਪਰਮੇਸ਼ਰ ਦੇ ਨਾਮ ਨੂੰ ਆਰਾਧਨਾ ਕਰ। ਤਾਈਓ ਤੇ ਬਾਬਾ ਕਬੀਰ ਜੀ ਕਹਿਣ ਲੱਗੇ ਜੀਵਨ ਦਾ ਕੁਝ ਸਮਾਂ ਕੱਢ ਤੇ ਪਰਮੇਸ਼ਰ ਦੀ ਯਾਦ ਵਿੱਚ ਬਿਤਾ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਏਂਗੇ ਪ੍ਰਾਣ ਜਾਏਂਗੇ ਛੂਟ। ਜਦੋਂ ਪ੍ਰਾਣ ਨਿਕਲ ਗਏ ਫਿਰ ਕੇਵਲ ਪਛਤਾਵਾ ਰਹਿ ਜਾਣਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਨ ਕੋ ਸਾਧੂ ਭੇਟੀਐ, ਸੋ ਦਰਗਾਹ ਹੋਏ ਖਲਾਸ। ਸਾਧੂ ਦਾ ਇੱਥੇ ਅਰਥ ਹੈ ਗੁਰੂ, ਜਿਨ੍ਹਾਂ ਨੂੰ ਗੁਰੂ ਮਿਲ ਜਾਵੇ। ਸਤਿਗੁਰੂ ਮਹਾਰਾਜ ਕਹਿੰਦੇ ਸੋ ਦਰਗਾਹ ਹੋਏ ਖਲਾਸ, ਉਹਨਾਂ ਦੀ ਦਰਗਾਹ ਦੇ ਵਿੱਚ ਖਲਾਸੀ ਹੋ ਜਾਂਦੀ ਹੈ, ਭਾਵ ਉਹ ਵਿਕਾਰਾਂ ਦੇ ਬੰਧਨਾਂ ਦੇ ਵਿੱਚੋਂ ਛੁੱਟ ਜਾਂਦੇ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਮਾਲਕ ਹੀ ਇਹੋ ਜਿਹਾ ਹੈ ਜਿਹੜਾ ਗੁਰੂ ਨੂੰ ਮਨਾ ਲੈਂਦਾ ਹੈ। ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਵਸੀਠ। ਉਹ ਵਿਛੜਿਆਂ ਨੂੰ ਮੇਲ ਦਿੰਦਾ ਹੈ ਕਿਉਂਕਿ ਉਹ ਮਾਲਕ ਪਰਮੇਸ਼ਰ ਦੇ ਦਰਗੇ ਦਾ ਵਿਚੋਲਾ ਹੈ, ਵਸੀਠ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹਨੂੰ ਗੁਰੂ ਮਿਲ ਜਾਵੇ ਫਿਰ ਉਹਦੇ ਅੰਦਰ ਤੜਪ ਪੈਦਾ ਹੋ ਜਾਂਦੀ ਹੈ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਫਿਰ ਅਰਦਾਸ ਕਰਦਾ ਹੈ ਜੀਵ ਕਿ ਇਹ ਮਾਲਕ ਕਿਰਪਾ ਕਰ, ਤੇਰੇ ਦਰਸ਼ਨਾਂ ਦੀ ਪਿਆਸ ਮਨ ਦੇ ਵਿੱਚ ਲੱਗੀ ਹੋਈ ਹੈ ਤੇ ਤੇਰੇ ਦਰਸ਼ਨ ਹੋ ਜਾਵਣ। ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ ਨੇ ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲਖ ਜੀਵੋ, ਚਿਰ ਪਇਓ ਦਰਸ਼ਨ ਦੇਖੈ। ਬੜਾ ਚਿਰ ਹੋ ਗਿਆ ਤੇਰੇ ਦਰਸ਼ਨ ਦੇਖਿਆ, ਇਸੇ ਹੀ ਆਸ ਦੇ ਨਾਲ ਮੈਂ ਜਿਉਂਦਾ ਪਿਆ ਹਾਂ ਕਿ ਤੇਰੇ ਦਰਸ਼ਨ ਹੋ ਜਾਵਣ। ਬੜੇ ਚਿਰ ਤੋਂ ਤੇਰੇ ਕੋਲ ਵਿਛੜ ਕੇ ਆਏ ਹੋਏ ਹਾਂ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹਦੇ ਅੰਦਰ ਇਹ ਅਰਦਾਸ ਪੈਦਾ ਹੋ ਜਾਂਦੀ ਹੈ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। हे परमात्मा तेरे तो बगैर मेरी अरदास मेरी अरजोई सुनने वाला कोई नहीं है, पूरी करने वाला कोई होर नहीं है, होर कोई भी मैनू दिसदा नहीं। सतगुरु महाराज कहते ने तुद नू छोड़ जाइए प्रभ कह धर, आन ना बीया तेरी समसर। समसर का अर्थ हुंदा बराबर, तेनू छड्ड के कित्थे जाइए क्योंकि तेरे बराबर कोई होर नहीं है। ताइयों ते सतगुरु कहते ने मैं तान दीवान तू है मेरे स्वामी,
मैं तुद आगे अरदास, मैं होर थाऊ नाही, जिस पै करो बेनंती, मेरा दुख सुख तुझ ही पास। मेरा दुख ते सुख तेरे कोल ही है, तू ही साडी अर्ज सुनने वाला है। ते सतगुरु महाराज अखीरली तुक विच कहंदे ने, आषाढ़ सुहंदा तिस लगै, जिस मन हर चरण निवास। ਸਤਿਗੁਰ ਕਹਿੰਦੇ ਨੇ ਹਾੜ ਦਾ ਮਹੀਨਾ ਉਸ ਜਗਿਆਸੂ ਨੂੰ ਤਨ ਅਤੇ ਮਨ ਕਰਕੇ ਸੁਹਾਵਣਾ ਲੱਗਦਾ ਹੈ, ਜਿਸ ਦੇ ਮਨ ਦੇ ਵਿੱਚ ਹਰੀ ਦੇ ਚਰਨਾਂ ਦਾ ਨਿਵਾਸ ਹੋ ਜਾਂਦਾ ਹੈ, ਭਾਵ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ। ਕਿਉਂਕਿ ਜਦੋਂ ਚਰਨਾਂ ਦੀ ਗੱਲ ਆਉਂਦੀ ਹੈ ਤੇ ਦੇਹਧਾਰੀ ਲੋਕ ਇਸ ਤੋਂ ਫਾਇਦਾ ਉਠਾ ਕਰਕੇ ਕਿਸੇ ਮਨੁੱਖ ਨੂੰ ਪੇਸ਼ ਕਰ ਦਿੰਦੇ ਹਨ, ਪਰ ਸਤਿਗੁਰ ਮਹਾਰਾਜ ਪਾਵਨ ਬਾਣੀ ਦੇ ਵਿੱਚ ਹੀ ਅਗਵਾਈ ਕਰਦੇ ਨੇ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਸ਼ਬਦ ਰੂਪੀ ਜਿਹੜੇ ਚਰਨ ਨੇ ਜਦੋਂ ਉਹ ਹਿਰਦੇ ਦੇ ਵਿੱਚ ਵਸ ਜਾਂਦੇ ਨੇ ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਵੀ ਉਸ ਮਨੁੱਖ ਦਾ ਫਿਰ ਪਾਰ ਉਤਾਰਾ ਹੋ ਜਾਂਦਾ ਹੈ। ਸਤਿਗੁਰ ਮਹਾਰਾਜ ਕਿਰਪਾ ਕਰਨ, ਅਸੀਂ ਵੀ ਆਪਣੇ ਅੰਦਰਲੇ ਵਿਕਾਰਾਂ ਦੀ ਤਪਸ਼ ਨੂੰ ਖਤਮ ਕਰਨ ਵਾਸਤੇ ਉਸ ਮਾਲਕ ਦੇ ਨਾਮ ਨੂੰ ਹਿਰਦੇ ਦੇ ਵਿੱਚ ਵਸਾ ਲਈਏ, ਗੁਰੂ ਦੇ ਸ਼ਬਦ ਨੂੰ ਹਿਰਦੇ ਦੇ ਵਿੱਚ ਵਸਾ ਲਈਏ, ਕਿਸੇ ਦੂਸਰੇ ਮਨੁੱਖ ਦੀ ਆਸ ਨੂੰ ਛੱਡ ਦਈਏ, ਕਿਉਂਕਿ ਦੂਸਰੇ ਦੀ ਆਸ ਉਹ ਪੂਰੀ ਨਹੀਂ ਹੁੰਦੀ, ਆਖਰ ਉਹ ਆਸ ਟੁੱਟ ਜਾਂਦੀ ਹੈ। ਕੇਵਲ ਤੇ ਕੇਵਲ ਇੱਕੋ ਹੀ ਮਾਲਕ ਪਰਮੇਸ਼ਰ ਹੈ ਜਿਹੜਾ ਸਾਡਾ ਇੱਥੇ ਤੇ ਉੱਥੇ ਅੱਗੇ ਰਖਵਾਲਾ ਹੈ। ਇਸ ਕਰਕੇ ਉਸ ਮਾਲਕ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕਰਕੇ ਇਹ ਸਾਡਾ ਚੜ੍ਹਿਆ ਹੋਇਆ ਅਸ਼ਾੜ ਦਾ ਮਹੀਨਾ ਸੁਹਾਵਣਾ ਬਣ ਜਾਵੇਗਾ, ਜੇਕਰ ਮਾਲਕ ਦੇ ਨਾਮ ਨੂੰ ਗੁਰੂ ਦੇ ਸ਼ਬਦ ਰਾਹੀਂ ਆਪਣੇ ਹਿਰਦੇ ਦੇ ਵਿੱਚ ਟਿਕਾ ਲਈਏ ਜੀ। ਵਿਚਾਰਾਂ ਦੀ ਸਾਂਝ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।